सत श्री अकाल मेरे सारे दोस्तों, की हाल ने जी। उम्मीद करदा बिल्कुल ठीक होवोगे। तो कल तुहानूं मैं एक पोस्ट बारे दस्सिया सी PGI MR दे विच मैं कहा पोस्ट आईयां बच्चों, तो उहदे च स्टोर कीपर दीयां पोस्टां सी ते एक सुपरवाइजर दीयां पोस्टां सी। ठीक है जी। टोटल मेरे हिसाब से 10 पोस्टां सी। उहदा फुल नोटिफिकेशन आउट हो चुक्या हैगा। वो तुहानूं दिखाउणा कि क्वालीफिकेशन की हैगी। ठीक है जी। तो अब जे कोई बच्चा अपने इंस्टाग्राम ते फॉलो करना चाहुंदा, इंस्टाग्राम ते अपनी ID हैगी आ भुल्लर 3518। ठीक है जी। तो योग्यता वाले कैंਡੀਡੇਟ अप्लाई कर सकते हैं। ਤੁਹਾਨੂੰ नोटिफिकेशन दिखा देना। वीडियो ਨੂੰ ਵੱਧ ਤੋਂ ਵੱਧ लाइक शेयर ਤੇ अपने चैनल सबसक्राइब जरूर कर लो। आ सी बच्चों नोटिफिकेशन। ठीक है जी। फुल नोटिफिकेशन ਇਹਦਾ आउट हो चुका है। पोस्ट ग्रेजुएट इंस्टीट्यूट ऑफ मैडिकल एंड एजुकेशन रिसर्च चंडीगढ़। सिर्फ ਤੁਹਾਨੂੰ मेन चीज़ां दिखाऊँगा। देखो जी, ओपनिंग डेट फॉर ऑनलाइन रजिस्ट्रेशन फॉर फिलिंग 11/2 ਤੇ 10/3 लास्ट डेट है। इसनूं करो दसता सी मैं पहले। एप्लीकेशन फीस भी ਤੁਹਾਨੂੰ ਦਿਖਾਤੀ ਸੀ ਭਾਈ कि बहुत ज़्यादा एप्लीकेशन फीस है। SC ਤੇ ST ਦੀ 800 रुपये ਤੇ OBC ਤੇ EWS ਜਰਨਲ ਦੀ ਇਹਨਾਂ ਦੀ 1500 रुपये। ਲੁੱਟਣ ਮਰੀਆਂ ਕੋਈ ਕਸਰ ਨਹੀਂ ਛੱਡ ਰਿਹਾ ਕੋਈ ਵੀ ਡਿਪਾਰਟਮੈਂਟ ਆ ਚਾਹੇ। ਆ ਦੇਖੋ ਕਹਿੰਦੇ ਜੇਕਰ ਕੈਂਡੀਡੇਟ ਦੀ ਕੋਈ ਮਤਲਬ ਪੜ੍ਹਾਈ ਵਾਲੀ ਕੁਆਲੀਫਿਕੇਸ਼ਨ ਗਲਤ ਪਾਈ ਜਾਂਦੀ ਹੈ ਤਾਂ ਉਹਨੂੰ ਰਿਜੈਕਟ ਕਰ ਦਿੱਤਾ ਜਾਊਗਾ। ਅਤੇ ਜਿਹੜਾ ਇਹਦਾ ਪੇਪਰ ਹੋਣਾ ਭਾਈ, ਪੇਪਰ ਇਹਦਾ ਇੱਕ ਹੀ ਹੋਣਾ ਗਾ। ਇਹ ਹੋਣਾ CBT ਦੀ ਹੋਊਗਾ ਇਹਦਾ ਪੇਪਰ। ਠੀਕ ਹੈ ਜੀ। ਅਤੇ ਜੇ ਕੋਈ ਹੋਰ ਅਪਡੇਟ ਆਉਂਦੀ ਹੈਗੀ ਉਹ ਆਪਾਂ ਨੂੰ ਅੱਗੇ ਦੱਸਣਗੇ। ਇਹ ਆ ਬੱਚੋ ਇਹਦਾ ਕੁਆਲੀਫਿਕੇਸ਼ਨ ਹੈ। ਦੇਖੋ ਜਿਹੜਾ ਸਟੋਰ ਕੀਪਰ ਹੈਗਾ ਇਹਦੀ ਤਨਖਾਹ ਹੈਗੀ ਆ 35,400 ਤੋਂ ਲੈ ਕੇ 1,12,400 ਤੱਕ। ਠੀਕ ਹੈ ਜੀ। ਅਤੇ ਆਹ ਪੋਸਟਾਂ ਦਾ ਕੋਡ ਹੈ ਇਹਦਾ ਗਰੁੱਪ B ਦੀਆਂ ਪੋਸਟਾਂ। ਉਮਰ ਹੈਗੀ 18 ਤੋਂ 30 ਸਾਲ। ਟੋਟਲ 9 ਪੋਸਟਾਂ। ਆਹ ਪੋਸਟਾਂ ਦੀ ਵੰਡ ਕੀਤੀ ਹੋਈ ਹੈ, ਇਹ ਤੁਸੀਂ ਦੇਖ ਲੈਣਾ ਗਾ। ਠੀਕ ਹੈ ਜੀ। ਕੀ ਮੰਗਿਆ ਇਹਦੇ ਵਿੱਚ? ਇਹਦੇ 'ਚ ਕਹਿੰਦੇ ਤੁਹਾਡੇ ਕੋਲ ਕੀ ਹੋਣਾ ਚਾਹੀਦਾ? ਬੈਚਲਰ ਡਿਗਰੀ ਹੋਣੀ ਚਾਹੀਦੀ ਹੈ, ਚਾਹੇ ਤੁਹਾਡੇ ਕੋਲ ਮੈਥ ਹੋਵੇ, ਇਕਨੋਮਿਕਸ, ਕਮਰਸ, ਸਟੈਟਿਕਸ। ਠੀਕ ਹੈ ਜੀ। ਅਤੇ ਇੱਕ ਤੁਹਾਡੇ ਕੋਲ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਆ MBA ਕਰੀਬ ਹੋਵੇ ਤੁਹਾਡੀ, ਜਾਂ ਤੁਸੀਂ ਪੋਸਟ ਗ੍ਰੈਜੂਏਟ ਕੀਤੀ ਹੋਵੇ ਮੈਥ ਨਾਲ ਜਾਂ ਇਕਨੋਮਿਕਸ ਨਾਲ, ਕਮਰਸ ਨਾਲ, ਫਿਨਾਂਸ, ਅਤੇ ਘੱਟੋ ਘੱਟ 50% ਸਬਜੈਕਟਾਂ ਨਾਲ। ਆਹ ਦੋਨੇ ਕੁਆਲੀਫਿਕੇਸ਼ਨ ਜੇ ਤੁਹਾਡੇ ਕੋਲ ਹੈਗੀਆਂ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ। ਅਤੇ ਪੇ ਸਕੇਲ ਵੀ ਬਹੁਤ ਜ਼ਿਆਦਾ ਵਧੀਆ। ਇਸ ਤੋਂ ਬਾਅਦ ਅਗਲੀ ਜਿਹੜੀ ਪੋਸਟ ਹੈਗੀ ਆ ਇਹ ਹੈਗੀ ਆ ਆਪਣੀ ਅਸਿਸਟੈਂਟ ਸੁਪਰਵਾਈਜ਼ਰ ਦੀ। ਇਹਦੀ ਵੀ ਤਨਖਾਹ ਹੈਗੀ 25,500 ਤੋਂ ਲੈ ਕੇ 81,100 ਤੱਕ। ਇਹਦੀ ਟੋਟਲ ਇੱਕ ਪੋਸਟ ਹੈਗੀ, ਉਹ ਵੀ ਜਨਰਲ ਕੈਟਾਗਰੀ ਦੀ। ਉਮਰ ਹੈਗੀ 18 ਤੋਂ 30 ਸਾਲ। ਠੀਕ ਹੈ ਜੀ। ਇਹਦੇ ਵਿੱਚ ਵੀ 10ਵੀਂ ਮੰਗੀ ਹੈ, 10ਵੀਂ ਹੋਣੀ ਚਾਹੀਦੀ ਤੁਹਾਡੇ ਕੋਲ। ਅਤੇ ਇੱਕ ਤੁਹਾਡੇ ਕੋਲ ਡਿਪਲੋਮਾ ਹੋਣਾ ਚਾਹੀਦਾ, ਡਿਪਲੋਮਾ ਸਰਟੀਫਿਕੇਟ ਹੋਣਾ ਚਾਹੀਦਾ ਮਕੈਨੀਕਲ ਇੰਜੀਨੀਅਰ ਦਾ। ਇੱਕ ਤੁਹਾਡੇ ਕੋਲ ਪਰਸਨਲ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਮਕੈਨੀਕਲ ਲਾਉਂਡਰੀ ਇਨਕਲੂਡਿੰਗ। ਠੀਕ ਹੈ ਜੀ। ਅਤੇ ਆਹ ਚੀਜ਼ਾਂ ਜੇ ਹੈ ਨਹੀਂ ਤਾਂ ਵੀ ਚੱਲ ਜਾਣਗੇ, ਡਿਜ਼ਾਇਰੇਬਲ ਹੈ ਤਾਂ। ਠੀਕ ਹੈ ਜੀ। ਅਤੇ ਆਹ ਤੁਹਾਨੂੰ ਸਾਰਾ ਕੁਛ ਦਿਖਾਤਾ ਮੈਂ। ਆਹ ਏਜ ਰਿਲੈਕਸ਼ਨ ਹੈਗੀ। ਹੁਣ ਜਿਵੇਂ ਜਨਰਲ ਦੀ ਉਮਰ 30 ਸਾਲ ਹੈ ਤਾਂ SC ST ਵਾਲਾ ਬੱਚਾ 35 ਸਾਲ ਦੀ ਉਮਰ ਤੱਕ ਵੀ ਭਰ ਸਕਦਾ ਗਾ। OBC ਵਾਲਾ ਕੈਂਡੀਡੇਟ ਆ ਜਿਹੜਾ ਉਹ ਕਿੰਨੀ 33 ਸਾਲ ਤੱਕ ਦੀ ਉਮਰ ਤੱਕ ਵੀ ਭਰ ਸਕਦਾ। ਬਾਕੀਆਂ ਨੂੰ 10 ਸਾਲ ਦੀ, 10 ਸਾਲ ਦੀ, 15 ਸਾਲ ਦੀ ਅਤੇ 13 ਸਾਲ ਦੀ ਛੂਟ ਹੈ। ਆਹ ਜਿਹੜਾ ਪੇਪਰ ਹੋਣਾ 100 ਨੰਬਰ ਦਾ ਪੇਪਰ ਹੋਣਾ ਗਾ। 100 ਮਿੰਟ ਮਿਲਣਾ ਤੁਹਾਨੂੰ ਅਤੇ 100 ਪ੍ਰਸ਼ਨ ਹੋਣਗੇ। ਠੀਕ ਹੈ ਜੀ। ਅਤੇ ਜਿਹੜੀ ਲੈਂਗੁਏਜ ਹੋਊਗੀ ਉਹ ਇੰਗਲਿਸ਼ ਹੀ ਹੋਊਗੀ। ਠੀਕ ਹੈ ਜੀ। 40% ਨੰਬਰ ਲੈਣੇ ਜ਼ਰੂਰੀ ਆ ਲਿਖਿਆ ਹੋਇਆ, ਅਤੇ ਓਨਲੀ ਇੰਗਲਿਸ਼ ਦੇ ਵਿੱਚ ਹੀ ਹੋਊਗਾ ਪੇਪਰ। ਠੀਕ ਹੈ ਜੀ। ਅਤੇ ਜਿਹੜਾ ਐਗਜ਼ਾਮ ਹੋਣਾ ਉਹ ਇਹਨਾਂ ਸਟੇਟਾਂ ਦੇ ਵਿੱਚ ਹੋਊਗਾ, ਇਹਨਾਂ ਜ਼ਿਲ੍ਹਿਆਂ ਦੇ ਵਿੱਚ। ਅੰਬਾਲਾ, ਅੰਮ੍ਰਿਤਸਰ, ਬੈਂਗਲੁਰੂ, ਚੰਡੀਗੜ੍ਹ, ਦਿੱਲੀ, ਜੈਪੁਰ, ਜੋਧਪੁਰ, ਕਲਕੱਤਾ, ਤ੍ਰਿਵੰਤਪੁਰਮ, ਹਰੀਮਪੁਰ, ਹੈਦਰਾਬਾਦ ਅਤੇ ਭੁਵਨੇਸ਼ਵਰ ਨਗਰ। ਹਾਂਜੀ। ਜੇਕਰ ਕੋਈ ਕੈਂਡੀਡੇਟ ਭਰਨਾ ਚਾਹੁੰਦਾ ਭਰ ਸਕਦਾ ਗਾ। ਹੁਣ ਕੱਲ੍ਹ ਇੱਕ ਬੱਚੇ ਦਾ ਕਮੈਂਟ ਆਇਆ, ਕਹਿੰਦਾ ਜੀ ਤੁਸੀਂ ਇੰਨੀਆਂ ਪੋਸਟਾਂ ਦੱਸ ਦਿੱਤੀਆਂ, ਬੇਰੁਜ਼ਗਾਰੀ ਖਤਮ ਕਰਤੀ ਤੁਸੀਂ ਸਾਰੀ। ਪਹਿਲੀ ਗੱਲ ਤਾਂ ਯਾਰ ਬੋਲਣ ਦੀ ਅਕਲ ਦੇਖੋ। ਹੁਣ ਕੋਈ ਪੋਸਟ ਆਉਂਦੀ ਹੈ, ਚਾਹੇ ਇੱਕ ਪੋਸਟ ਹੈ ਚਾਹੇ 2 ਪੋਸਟ ਹੈ, ਮੇਰਾ ਦੱਸਣ ਦਾ ਫਰਜ਼ ਹੈਗਾ ਕਿ ਨਹੀਂ? ਤੁਸੀਂ ਆਪ ਦੱਸੋ ਫਰਜ਼ ਹੈਗਾ ਕਿ ਨਹੀਂ ਹੈਗਾ? ਹੁਣ ਮੈਨੂੰ ਥੋੜ੍ਹੇ ਕੁ ਦਿਨ ਹੋ ਗਏ ਇੱਕ ਬੱਚੀ ਦਾ ਮੈਸੇਜ ਆਇਆ, ਕਹਿੰਦੇ ਸਰ ਕਹਿੰਦੇ ਤੁਸੀਂ ਮੈਨੂੰ ਕਿਹਾ ਸੀ ਪੇਪਰ ਭਰਨ ਵਾਸਤੇ ਪੋਸਟਾਂ ਦੱਸੀਆਂ ਸੀ ਤੁਸੀਂ। ਮੇਰੇ ਦਿਮਾਗ ਦੇ ਵਿੱਚ ਸਕਿੱਪ ਹੋਈ ਜਾਂਦਾ ਕਿ ਉਹ ਬੱਚੀ ਨੂੰ ਚੈਟ ਵੀ ਨਹੀਂ ਇੱਥੇ ਆਈ, ਅਤੇ ਨਹੀਂ ਮੈਂ ਚੈਟ ਨਾ ਹੁਣ ਅੱਗੇ ਪਿੱਛੇ ਹੋ ਜਾਂਦੀ ਹੈ ਚੈਟ। ਅਤੇ ਉਹ ਬੱਚੇ ਨੇ ਕਿਹਾ ਕਹਿੰਦੇ ਜੀ ਮੇਰੀ ਸਟੋਰ ਕੀਪਰ ਦੇ ਵਿੱਚ ਸਵੀਪਰ ਦੇ ਵਿੱਚ ਮੇਰੀ ਸਿਲੈਕਸ਼ਨ ਹੋ ਗਈ। ਤੁਸੀਂ ਮੈਨੂੰ ਦੱਸਿਆ ਸੀ ਅਤੇ ਇੰਟਰਵਿਊ ਕਲੀਅਰ ਕਰਕੇ ਮੇਰੀ ਸਿਲੈਕਸ਼ਨ ਹੋ ਗਈ। ਹੁਣ ਮੇਰੀ ਜੁਆਇਨਿੰਗ ਵੀ ਮਿਲ ਗਈ ਮੈਨੂੰ, ਤਾਂ ਮੈਨੂੰ ਬਹੁਤ ਖੁਸ਼ੀ ਹੋਈ। ਉਹ ਬੱਚੀ ਕਹਿੰਦੀ ਮੈਂ ਬਹੁਤ ਪੇਪਰ ਦਿੱਤੇ, ਮੈਂ ਕੋਈ ਵੀ ਪੇਪਰ ਕਲੀਅਰ ਨਹੀਂ ਹੋਇਆ ਸੀ। ਮੈਨੂੰ ਇਹ ਸੀ ਕਿ ਹੁਣ ਬਸ ਮੈਂ ਘਰ ਬੈਠੂੰਗੀ। ਬੱਚੀ ਦਾ ਮੈਰਿਜ ਹੋਈ ਵੀ ਸੀ ਉਹਦੀ ਕੁੜੀ ਦੀ, ਅਤੇ ਹੁਣ ਉਹਦੀ ਬੱਚੀ ਦੀ ਸਵੀਪਰ ਦੇ ਵਿੱਚ ਸਿਲੈਕਸ਼ਨ ਹੋ ਗਈ। ਦੇਖੋ
ਉਹ ਕਹਿੰਦੀ ਤੁਹਾਡੀ ਵੀਡੀਓ ਪਾਈ ਸੀ, ਉਦੋਂ ਮੈਨੂੰ ਪਤਾ ਲੱਗ ਗਿਆ ਪੋਸਟਾਂ ਥੋੜ੍ਹੀਆਂ ਸੀ, ਪਰ ਫਿਰ ਵੀ ਮੈਂ ਭਰਤਾ ਅਤੇ ਪਰ ਫਿਰ ਵੀ ਮੇਰੀ ਸਿਲੈਕਸ਼ਨ ਹੋ ਗਈ। ਕਿੱਡੀ ਵਧੀਆ ਗੱਲ ਹੈਗੀ। ਬੱਚੀ ਨੇ ਕੋਈ ਪੇਪਰ ਨਹੀਂ ਦਿੱਤਾ, ਸਿਰਫ ਇੱਕ ਇੰਟਰਵਿਊ ਦੇ ਸਿਰ 'ਤੇ ਉਹਨੂੰ ਜੋਬ ਮਿਲ ਗਈ। ਅੱਜ ਦੇ ਟਾਈਮ ਦੇ ਵਿੱਚ ਜੋਬ ਆਪਣੇ ਵਾਸਤੇ ਬਹੁਤ ਇੰਪੋਰਟੈਂਟ ਹੈ, ਚਾਹੇ ਇੱਕ ਹੈ। ਹੁਣ ਮੰਨ ਲਓ ਮੈਂ ਤੁਹਾਨੂੰ 10 ਪੋਸਟਾਂ ਦੱਸ ਦਿੱਤੀਆਂ, 10 ਦੇ ਵਿੱਚੋਂ ਜੇ ਆਪਣਾ ਕੋਈ 2 ਬੱਚੇ ਵੀ ਲੱਗ ਗਏ, ਕਿੱਡੀ ਵੱਡੀ ਗੱਲ ਆ ਉਹਦੇ ਵਾਸਤੇ। ਨਾਲੇ ਮੈਂ ਕੋਈ ਫੇਕ ਨਿਊਜ਼ ਨਹੀਂ ਪਾਉਂਦਾ ਹੁੰਦਾ, ਮੈਂ ਸਿਰਫ ਓਫੀਸ਼ੀਅਲ ਜਿਹੜੀਆਂ ਭਰਤੀਆਂ ਹੁੰਦੀਆਂ ਉਹ ਪਾਈਆਂ। ਵਿੱਚ ਚੈਨਲ ਵਾਲੇ ਉਹੀ ਪ੍ਰਾਈਵੇਟ ਹੀ ਚੱਕ ਕੇ ਪਾ ਦਿੰਦੇ ਹੁੰਦੇ ਆ। ਕੋਈ ਕਰਨਾਲ ਦੀ ਹੁੰਦੀ ਆ, ਕੋਈ ਉਧਰ ਰਾਜਸਥਾਨ ਦੀ ਹੁੰਦੀ ਆ, ਕੋਈ ਯੂਪੀ ਦੀ ਹੁੰਦੀ ਆ, ਉਹੀ ਚੱਕ ਕੇ ਪਾ ਦਿੰਦੇ ਆ ਵਿਊ ਵਾਸਤੇ। ਜੇ ਪਾਉਣੀਆਂ ਹੁਣ ਮੈਂ ਉਹ ਵੀ ਪਤਾ ਕਰੂੰਗਾ ਕਿ ਯੂਪੀ 'ਚ ਆਈਆਂ ਭਾਈ, ਫਲਾਣੇ ਥਾਂ 'ਤੇ ਆਈਆਂ, ਰਾਜਸਥਾਨ 'ਚ ਆਈਆਂ। ਉਹਦੇ ਦਾ ਮਤਲਬ ਕੀ ਆਪਾਂ ਨੂੰ, ਮੈਂ ਸਿਰਫ ਜਿਹੜੀ ਪੰਜਾਬ ਦੇ ਵਿੱਚ ਓਫੀਸ਼ੀਅਲ ਕੋਈ ਭਰਤੀ ਹੁੰਦੀ ਮੈਂ ਸਿਰਫ ਉਹਦੀ ਵੀਡੀਓ ਪਾਉਣਾ ਹੁੰਦਾ, ਹੋਰ ਕਿਸੇ ਦੀ ਨਹੀਂ ਪਾਉਂਦਾ ਹੁੰਦਾ। ਠੀਕ ਹੈ। ਨਾਲੇ ਜਿਹੜੀਆਂ ਭਰਤੀਆਂ ਪਾਈਆਂ ਉਹਨਾਂ 'ਚ ਇੱਕ ਵੀ ਕੈਂਡੀਡੇਟ ਕਹਿੰਦੇ ਕਿ ਤੁਸੀਂ ਫੇਕ ਪਾਤੀ, ਉੱਪਰ ਕੁਛ ਹੋਰ ਪਿਆ ਸੀ, ਵਿੱਚ ਕੁਛ ਹੋਰ ਪਿਆ ਸੀ, ਉਹ ਦਿਨ ਤੋਂ ਬਾਅਦ ਮੈਂ ਜੋਬ ਵਾਲੀ ਵੀਡੀਓ ਪਾਉਣੀ ਛੱਡ ਦੂੰਗਾ। ਠੀਕ ਹੈ। ਇਹ ਜਿਹਾ ਉਹ ਨਾ ਕਰਿਆ ਕਰੋ। ਜਿਹੜੀ ਪੋਸਟ ਆਉਂਦੀ ਆਪਣਾ ਦੱਸਣ ਦਾ ਫਰਜ਼ ਹੈ, ਜਿਹੜੇ ਭਰਨੀ ਨਾ ਭਰਨੀ ਤੁਹਾਡੀ ਮਰਜ਼ੀ ਹੁੰਦੀ ਹੈ। ਠੀਕ ਹੈ ਜੀ। ਹੁਣ ਪਿਛਲੀ ਵਾਰ ਇੱਕ ਪੋਸਟ ਆਈ ਸੀ, ਮੈਨੂੰ ਇਹ ਲੱਗਦਾ ਸੀ ਕਿ ਉਹ ਪੋਸਟ ਵਾਲਾ ਕੋਈ ਵੀ ਕੈਂਡੀਡੇਟ ਨਹੀਂ ਹੋਣਾ। ਉਹਦੇ ਕੀ ਮੰਗਿਆ ਸੀ, ਉਹਦੇ ਮੇਰੇ ਹੁਣ ਦਿਮਾਗ 'ਚ ਸਕਿੱਪ ਹੋਈ ਜਾਂਦੀ ਹੈ। ਅਤੇ ਉਹ ਘੱਟੋ ਘੱਟ 50 ਤੋਂ 60 ਬੱਚਿਆਂ ਨੇ ਉਹ ਪੋਸਟ ਭਰਤੀ ਆਪਣੇ ਗਰੁੱਪ 'ਤੇ ਨੇ। ਤਾਂ ਇਹ ਚੀਜ਼ ਨਾ ਸੋਚਿਆ ਕਰੋ ਕਿ ਪੋਸਟਾਂ ਘੱਟ ਹੈ ਜਾਂ ਵੱਧ ਹੈ। ਜੇ ਕਿਸੇ ਬੱਚੇ ਦੀ ਕੁਆਲੀਫਿਕੇਸ਼ਨ ਉਹ ਭਰ ਸਕਦਾ। ਹੁਣ ਬਠਿੰਡਾ ਦੀ ਭਰਤੀ ਆਈ ਸੀ, ਬਠਿੰਡਾ ਦੀ ਭਰਤੀ ਦੇ ਵਿੱਚ ਘੱਟੋ ਘੱਟ ਦੱਸਣ ਕਰਕੇ 10,000 ਕੈਂਡੀਡੇਟਾਂ ਨੇ 8,000 ਕੈਂਡੀਡੇਟਾਂ ਨੇ ਅਪਲਾਈ ਕਰਤਾ। ਉਹ ਬੇਵਕੂਫ ਤਾਂ ਨਹੀਂ ਜਿਹੜੇ ਅਪਲਾਈ ਕਰਕੇ ਆਏ ਆ। ਜਿਹੜੇ ਬੱਚੇ ਇੱਕ ਦੋ ਹੈਗੇ ਜਿਹੜੇ ਇਹੋ ਜਿਹੀ ਸੋਚ ਰੱਖਦੇ ਆ ਕਿ ਬਹੁਤ ਵੈਕੈਂਸੀਆਂ ਕੱਢਤੀਆਂ ਤੁਸੀਂ, ਨਾਲੇ ਉਹ ਵੈਕੈਂਸੀਆਂ ਮੈਂ ਨਹੀਂ ਕੱਢ ਰਿਹਾ, ਇਹ ਸਰਕਾਰ ਕੱਢ ਰਹੀ ਹੈ। ਨਾਲੇ ਜਿਹੜੇ ਤੁਸੀਂ ਇਹ ਜਿਹੇ ਤਿੱਖੇ ਸਵਾਲ ਕਰਦੇ ਹੋ ਮੈਨੂੰ ਨਾ ਕਰੋ, ਉਹ ਜ਼ਿਆਦਾ ਤੁਸੀਂ ਚੰਨੀ ਸਾਹਿਬ ਨੂੰ ਕਰੋ ਜਿਹਨੂੰ ਤੁਸੀਂ ਵੋਟ ਪਾ ਕੇ ਆਏ ਹੋ, ਜਾਂ ਉਹ ਕੈਪਟਨ ਸਾਹਿਬ ਨੂੰ ਕਰਕੇ ਉਹ ਬੰਨੀ ਦਾੜੀ ਵਾਲੇ ਨੂੰ, ਢਾਠੀ ਜੀ ਵਾਲੇ ਨੂੰ, ਉਹਦੇ ਨਾਲ ਜਾ ਕੇ ਗੱਲ ਕਰੋ ਕਿ ਭਾਈ ਤੂੰ ਕਿਹਾ ਸੀ ਘਰ ਨੌਕਰੀ ਦਿੱਤੀ ਕਿਉਂ ਨਹੀਂ। ਠੀਕ ਹੈ। ਜਾਂ ਉਹਦੇ ਭਾਣਜੇ ਨਾਲ ਗੱਲ ਕਰਕੇ ਉਹ ਚੰਨੀ ਦੇ ਨਾਲ ਜਿਹਨੂੰ ਕਰੋ 56 ਕਰੋੜ ਰੁਪਇਆ ਨਿਕਲਿਆ ਹੈਗਾ। ਜਾਂ ਮਨਪ੍ਰੀਤ ਬਾਦਲ ਨਾਲ ਗੱਲ ਕਰੋ ਜਿਹੜਾ ਬਠਿੰਡੇ ਇੱਕ ਵੋਟ ਦਾ 10,000 ਦੇਈ ਜਾਂਦਾ। ਠੀਕ ਹੈ। ਤਾਂ ਇਹੋ ਜਿਹੀਆਂ ਗੱਲਾਂ ਮੇਰੇ ਨਾਲ ਨਾ ਕਰਿਆ ਕਰੋ ਪਲੀਜ਼। ਮੇਰਾ ਹੱਕ, ਮੇਰਾ ਸਿਰਫ ਫਰਜ਼ ਹੁੰਦਾ ਦੱਸਣਾ। ਜਿੱਦੇ ਮੈਂ ਕੋਈ ਮੈਂ ਐਮ ਐਲ ਏ ਬਣ ਗਿਆ ਉੱਦੇ ਕੁਛ ਮਰਜ਼ੀ ਕਹਿ ਦਿਓ। ਠੀਕ ਹੈ। ਧੰਨਵਾਦ।